ਨਮਸਤੇ ਜੋਗ੍ਰਾਫੀ ਚੈਨਲ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਦੁਨੀਆ ਦੇ ਅੰਦਰ ਖੇਤੀਬਾੜੀ ਕਰਨ ਦੇ ਸਰੂਪ ਕਿਸ ਤਰ੍ਹਾਂ ਬਦਲ ਰਹੇ ਹਨ ਔਰ ਖੇਤੀਬਾੜੀ ਨਾਲ ਸੰਬੰਧਿਤ ਕੁਝ ਬਹੁਤ ਇੰਪੋਰਟੈਂਟ ਡਾਟਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਕਿ ਦੁਨੀਆ ਦੇ ਵਿੱਚ ਜਿਹੜੇ ਵਿਕਾਸਸ਼ੀਲ ਦੇਸ਼ ਹਨ ਜਿਨ੍ਹਾਂ ਦੇ ਵਿੱਚ ਭਾਰਤ ਵੀ ਸ਼ਾਮਿਲ ਹੈ, ਉਹਨਾਂ ਦੇ ਅੰਦਰ ਜੋ ਖੇਤੀਬਾੜੀ ਦਾ ਸੈਕਟਰ ਹੈ, ਪ੍ਰਾਇਮਰੀ ਸੈਕਟਰ ਹੈ ਜਾਂ ਇਹਦੇ ਨਾਲ ਸੰਬੰਧਿਤ ਸੈਕਟਰ ਹਨ, ਅਲਾਈਡ ਸੈਕਟਰ ਹਨ, ਉਹਨਾਂ ਦੇ ਵਿੱਚ ਰਿਸੈਸ਼ਨ ਦੇਖਣ ਨੂੰ ਮਿਲ ਰਿਹਾ ਹੈ। ਮਤਲਬ ਕਹਿਣ ਦਾ ਇਹ ਹੈ ਕਿ ਕਿਸਾਨ ਖੇਤੀ ਤੋਂ ਦੂਰ ਹੋ ਰਹੇ ਹਨ। ਦੂਸਰੀ ਗੱਲ ਕਿ ਜਿਹੜੀ ਅਨਾਜ ਦੀ ਪ੍ਰੋਡਕਸ਼ਨ ਹੈ ਜਾਂ ਇਹ ਕਹਿ ਲਈਏ ਕਿ ਉਤਪਾਦਨ ਹੈ, ਉਹ ਬਹੁਤ ਹੀ ਰਿਸਪੌਂਸਿਵ ਹੈ ਦੋ ਮਹੱਤਵਪੂਰਨ ਕਲਾਈਮੈਟਿਕ ਘਟਨਾਵਾਂ ਦੇ ਨਾਲ। ਉਹ ਘਟਨਾਵਾਂ ਹਨ ਐਲ ਨੀਨੋ ਅਤੇ ਲਾ ਨੀਨਾ। ਐਲ ਨੀਨੋ ਇੱਕ ਗਰਮ ਪਾਣੀ ਦੀ ਧਾਰਾ ਹੈ ਜਿਹੜੀ ਕਿ ਦੱਖਣੀ ਅਮਰੀਕਾ ਦੇ ਪੇਰੂ ਤੱਟ ਦੇ ਕੋਲ 5 ਤੋਂ 6 ਸਾਲ ਦੇ ਅੰਤਰਾਲ ਦੇ ਵਿੱਚ ਆਉਂਦੀ ਹੈ ਔਰ ਗਰਮ ਪਾਣੀ ਦੀ ਧਾਰਾ ਦੀ ਵਜ੍ਹਾ ਦੇ ਨਾਲ ਉੱਥੇ ਪ੍ਰੈਸ਼ਰ ਜਿਹੜਾ ਹੈ ਉਹ ਲੋ ਹੋ ਜਾਂਦਾ ਹੈ। ਹੁਣ ਇਹ ਤੇ ਇੱਕ ਯੂਨੀਵਰਸਲ ਨਿਯਮ ਹੈ ਕਲਾਈਮੇਟੋਲੋਜੀ ਦੇ ਵਿੱਚ that the temperature and air pressure has inverse relationship, मतलब कि तापमान और वायु दाब का उल्टा रिश्ता है। घट तापमान मतलब कि वध वायु दाब हाई प्रेशर, लो टेम्परेचर हाई प्रेशर और हाई टेम्परेचर मतलब लो प्रेशर। सो लो प्रेशर होने की वजह नाल ਜਿਹੜੀਆਂ ਵਪਾਰਿਕ ਪੌਣਾਂ ਨੇ ਭਾਰਤ ਔਰ ਭਾਰਤੀ ਉਪ ਮਹਾਂਦੀਪ ਦੇ ਅੰਦਰ ਮੌਨਸੂਨ ਪੌਣਾਂ ਨੂੰ ਲਿਆਉਣ ਦੇ ਵਿੱਚ ਸਹਾਇਤਾ ਕਰਨੀ ਹੁੰਦੀ ਹੈ, ਉਹ ਪ੍ਰਭਾਵਿਤ ਹੁੰਦੀਆਂ ਹਨ, ਜਿਸ ਦੀ ਵਜ੍ਹਾ ਦੇ ਨਾਲ ਭਾਰਤ ਦੀ ਖੇਤੀਬਾੜੀ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਰਤ ਦੀ 80% ਤੋਂ ਜ਼ਿਆਦਾ ਜਿਹੜੀ ਐਗਰੀਕਲਚਰ ਹੈ ਉਹ ਦੋਸਤੋ ਮੌਨਸੂਨੀ ਬਾਰਿਸ਼ ਦੇ ਉੱਪਰ ਨਿਰਭਰ ਕਰਦੀ ਹੈ। ਅਗਰ ਮੌਨਸੂਨ ਦੀ ਬਾਰਿਸ਼ ਪਏਗੀ ਤਾਂ ਪ੍ਰੋਡਕਸ਼ਨ ਵਧੀਆ ਹੋਏਗੀ, ਅਗਰ ਮੌਨਸੂਨ ਦੀ ਬਾਰਿਸ਼ ਘੱਟ ਪਏਗੀ ਤਾਂ ਕਿਸਾਨਾਂ ਨੂੰ ਨੁਕਸਾਨ ਹੋਏਗਾ, ਖੇਤੀ ਨਹੀਂ ਕਰ ਸਕਦੇ ਕਿਸਾਨ। ਸਿਰਫ ਪੰਜਾਬ ਦੀ ਤੁਸੀਂ ਇੱਕ ਐਕਸੈਪਸ਼ਨਲ ਕੇਸ ਲੈ ਸਕਦੇ ਹੋ ਕਿ ਪੰਜਾਬ ਦਾ 98% ਤੋਂ ਜ਼ਿਆਦਾ ਜਿਹੜਾ ਖੇਤੀਬਾੜੀ ਦੇ ਅੰਡਰ ਏਰੀਆ ਹੈ ਉਹ ਇਰੀਗੇਟਡ ਹੈ, ਚਾਹੇ ਉਹ ਆਰਟੀਫਿਸ਼ੀਅਲ ਇਰੀਗੇਸ਼ਨ ਹੋਵੇ, ਗੈਰ ਕੁਦਰਤੀ ਜਿਹੜੀ ਸਿੰਚਾਈ ਹੈ ਜੋ ਮੋਟਰਾਂ ਦੇ ਨਾਲ ਜਾਂ ਨਹਿਰਾਂ ਦੇ ਨਾਲ ਕੀਤੀ ਜਾਂਦੀ ਹੈ। ਸੋ ਲਾ ਨੀਨਾ ਦਾ ਸਾਲ ਇਸ ਤੋਂ ਉਲਟਾ, ਜਦੋਂ ਵੀ ਕਦੀ ਲਾ ਨੀਨਾ ਹੁੰਦਾ ਹੈ ਮਤਲਬ ਕਿ ਜਦੋਂ ਪੇਰੂ ਦੇ ਤੱਟ ਦੇ ਉੱਪਰ ਠੰਡੇ ਪਾਣੀ ਦੀ ਧਾਰਾ, ਜਿਹਨੂੰ ਅਸੀਂ ਹੰਬੋਲਟ ਦੀ ਧਾਰਾ ਜਾਂ ਪੇਰੂ ਕਰੰਟ ਕਹਿੰਦੇ ਹਾਂ, ਸੋ ਉਹ ਹੋਣ ਦੇ ਨਾਲ ਪੇਰੂ ਤੱਟ ਦੇ ਉੱਪਰ ਹਾਈ ਪ੍ਰੈਸ਼ਰ ਰਹਿੰਦਾ ਹੈ, ਜਿਸ ਦੀ ਵਜ੍ਹਾ ਦੇ ਨਾਲ ਪੂਰੇ ਪ੍ਰਸ਼ਾਂਤ ਮਹਾਸਾਗਰ ਨੂੰ ਕ੍ਰਾਸ ਕਰਕੇ ਜਿਹੜੀਆਂ ਟ੍ਰੇਡ ਵਿੰਡਸ ਹਨ ਉਹ ਭਾਰਤ ਦੇ ਵਿੱਚ ਮੌਨਸੂਨ ਦੀ ਬਾਰਿਸ਼ ਦੇ ਵਿੱਚ ਸਹਾਇਤਾ ਕਰਦੀਆਂ ਹਨ। ਐਲ ਨੀਨੋ ਔਰ ਪੋਜ਼ਿਟਿਵ ਔਰ ਨੈਗੇਟਿਵ ਇੰਡੀਅਨ ਓਸ਼ਨ ਡਾਈਪੋਲ ਇਫੈਕਟ, ਇਹ ਦੋਨੇ ਹੀ ਖੇਤੀਬਾੜੀ ਨੂੰ ਪ੍ਰਭਾਵਿਤ ਕਰਦੇ ਹਨ। ਜੋ ਘਟਨਾਵਾਂ ਪ੍ਰਸ਼ਾਂਤ ਮਹਾਸਾਗਰ ਯਾਨੀ ਕਿ ਪੈਸੀਫਿਕ ਓਸ਼ਨ ਦੇ ਵਿੱਚ ਵਾਪਰਦੀਆਂ ਹਨ, ਐਗਜ਼ੈਕਟ ਸੇਮ ਫਿਨੋਮੀਨਾ ਜਿਹੜਾ ਹੈ ਉਹ ਹਿੰਦ ਮਹਾਸਾਗਰ ਜਾਂ ਇੰਡੀਅਨ ਓਸ਼ਨ 'ਚ ਵਾਪਰਦਾ ਹੈ। ਜਦੋਂ ਕਦੀ ਵੀ ਆਸਟ੍ਰੇਲੀਆ ਦੇ ਤੱਟ ਦੇ ਉੱਪਰ ਇੰਡੀਅਨ ਓਸ਼ਨ ਦੇ ਵਿੱਚ ਯਾਨੀ ਕਿ ਇੰਡੀਅਨ ਓਸ਼ਨ ਦਾ ਜਿਹੜਾ ਈਸਟਰਨ ਪਾਰਟ ਹੈ ਉਸ ਦੇ ਵਿੱਚ ਅਗਰ ਲੋ ਪ੍ਰੈਸ਼ਰ ਹੋਏਗਾ, ਅਗਰ ਟੈਂਪਰੇਚਰ ਜ਼ਿਆਦਾ ਹੋਏਗਾ ਤਾਂ ਉਸ ਨੂੰ ਅਸੀਂ ਕਹਾਂਗੇ ਨੈਗੇਟਿਵ ਇੰਡੀਅਨ ਓਸ਼ਨ ਡਾਈਪੋਲ ਇਫੈਕਟ। ਪਰ ਜਦੋਂ ਵੀ ਕਦੀ ਆਸਟ੍ਰੇਲੀਆ ਦਾ ਜਿਹੜਾ ਪੱਛਮੀ ਤੱਟ ਔਰ ਹਿੰਦ ਮਹਾਸਾਗਰ ਦਾ ਜਿਹੜਾ ਐਕਸਟ੍ਰੀਮ ਪੂਰਬੀ ਤੱਟ ਜਿਹੜਾ ਹੈ, ਆਸਟ੍ਰੇਲੀਆ ਦਾ ਜਿਹੜੀ ਕੋਸਟ ਹੈ ਜਿਸ ਦੇ ਉੱਪਰ ਪਰਥ ਸ਼ਹਿਰ ਹੈ ਇੱਕ ਤਰ੍ਹਾਂ ਨਾਲ, ਉੱਥੇ ਅਗਰ ਹਾਈ ਪ੍ਰੈਸ਼ਰ ਹੋਏਗਾ ਤਾਂ ਦੈਟ ਵਿਲ ਬੀ ਏ ਪੋਜ਼ਿਟਿਵ ਇੰਡੀਅਨ ਓਸ਼ਨ ਡਾਈਪੋਲ ਇਫੈਕਟ ਐਂਡ ਬੋਥ La Nina and positive Indian Ocean dipole effect will definitely boost the scenario of Indian monsoon. So अच्छी मानसून का मतलब है अच्छी प्रोडक्टिविटी, चंगी उत्पादकता, किसानों की खेती चंगी होना। अगर किसानों की खेती बेटा चंगी होएगी तो फार्मर्स जिहड़े हन किसान वो करजे हेठां नहीं दबे जाणगे, वो खुदकुशियां नहीं करनगे, फार्म अनरैस्ट जां किसानों का विद्रोह घट होएगा और किसानों को पैसे आउणगे तां जिहड़ी पूरी दी पूरी इकोनॉमी है देश की, जिहड़ी इस टाइम के उपर रिसैशन दे दौर दे विच गुजर रही है, उसनूं एक बूस्ट मिलेगा, उसनूं फायदा मिलेगा। किसानों लई हुण खेतीबाड़ी किते ना किते
ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਆ ਕਿ ਉਹ ਲਾਹੇਵੰਦ ਧੰਦਾ ਨਹੀਂ ਹੈ। ਹਾਲਾਂਕਿ ਹੁਣ ਅੱਜ ਦੇ ਦੌਰ ਦੇ ਵਿੱਚ ਦੁਨੀਆ ਨੂੰ ਖੇਤੀ ਦੀ ਮਹੱਤਤਾ ਸਮਝ ਆ ਰਹੀ ਹੈ, ਇੰਪੋਰਟੈਂਸ ਸਮਝ ਆ ਰਹੀ ਹੈ, ਕਿਉਂਕਿ ਪੂਰੀ ਦੁਨੀਆ ਦੇ ਅੰਦਰ ਲਾਕਡਾਊਨ ਦੀ ਵਜ੍ਹਾ ਦੇ ਨਾਲ ਅਗਰ ਸਭ ਤੋਂ ਜ਼ਿਆਦਾ ਕਿਸੇ ਚੀਜ਼ ਦੀ ਜ਼ਰੂਰਤ ਮਹਿਸੂਸ ਹੋ ਰਹੀ ਆ ਅਮਰੀਕਾ ਵਰਗੇ ਮੁਲਕਾਂ ਨੂੰ ਵੀ, ਤਾਂ ਉਹ ਹੈ ਅਨਾਜ, ਰੋਟੀ, ਖਾਣਾ। ਅਗਰ ਕਿਸਾਨ ਖੇਤੀ ਹੀ ਨਹੀਂ ਕਰੇਗਾ ਤਾਂ ਸਾਨੂੰ ਖਾਣਾ ਕੌਣ ਦੇਗਾ? ਸੋ ਸਾਡੀ ਜਿਹੜੀ ਟੋਟਲ ਜ਼ਿੰਦਗੀ ਹੈ ਉਹ ਕਿਸਾਨ ਦੇ ਰਹਿਮੋ ਕਰਮ ਦੇ ਉੱਪਰ ਨਿਰਭਰ ਕਰਦੀ ਹੈ। ਪੂਰੀ ਦੁਨੀਆ ਦੇ ਵਿੱਚ ਜਿਹੜਾ ਟੋਟਲ GDP ਦਾ ਹਿੱਸਾ ਹੈ, ਭਾਰਤ ਦੇ ਵਿੱਚ ਸਿਰਫ 17% ਟੋਟਲ GDP ਦੇ ਵਿੱਚ ਖੇਤੀਬਾੜੀ ਦਾ ਹਿੱਸਾ ਹੈ, ਜਿਹੜਾ ਕਿ ਚੀਨ ਦੇ ਵਿੱਚ ਜਿਹੜਾ ਸਿਰਫ 10% ਹੈ, ਅਮਰੀਕਾ 'ਚ 1.5% ਹੈ। ਯਾਨੀ ਕਿ ਟੋਟਲ ਅਮਰੀਕਾ ਦੀ ਜਨਸੰਖਿਆ ਦੀ ਸਿਰਫ 7% ਜਿਹੜੀ ਪਾਪੂਲੇਸ਼ਨ ਹੈ ਉਹ ਇਸ ਵਕਤ ਖੇਤੀ ਕਰ ਰਹੀ ਹੈ। ਯਾਨੀ ਕਿ ਬਹੁਤ ਘੱਟ ਲੋਕ ਜਿਹੜੀ ਆ ਉਹ ਖੇਤੀ ਕਰਦੇ ਆ ਉੱਥੇ, ਜਿਸ ਦੀ ਵਜ੍ਹਾ ਨਾਲ ਤੁਸੀਂ ਅੱਜ ਦੇਖੋ ਕਿ ਅਮਰੀਕਾ ਦੇ ਅੰਦਰ ਜਿਹੜਾ ਉਹ ਅਨਾਜ ਦੀ ਪ੍ਰੋਡਕਸ਼ਨ ਦਾ ਜਿਹੜਾ ਉਹ ਘਾਟਾ ਜਿਹੜਾ ਉਹ ਮਹਿਸੂਸ ਕੀਤਾ ਜਾ ਰਿਹਾ ਹੈ। ਦੂਸਰੀ ਗੱਲ ਕਿ ਜਿਹੜੀਆਂ ਟੈਂਪਰੇਟ ਗ੍ਰਾਸਲੈਂਡਸ ਹਨ, ਜਿਹੜੇ ਸ਼ੀਤ ਉਸ਼ਨ ਮੁਲਕ ਹਨ, ਘਾਹ ਦੇ ਮੈਦਾਨ ਹਨ, ਜਿਸ ਦੇ ਵਿੱਚ ਪ੍ਰੀਰੀਜ਼ ਆ ਜਾਂਦੇ ਹਨ, ਸਟੈਪੀ ਗ੍ਰਾਸਲੈਂਡਸ ਆ ਜਾਂਦੇ ਹਨ, ਯੂਰਪ ਦੇ ਪੋਸਟਾਸ ਗ੍ਰਾਸਲੈਂਡਸ ਆ ਜਾਂਦੇ ਹਨ, ਇਹ ਸਾਰੇ ਹੀ ਦਾਲਾਂ ਤੇ ਅਨਾਜ ਜਿਹੜੇ ਆ ਉਹ ਉਗਾਉਂਦੇ ਹਨ। ਜਿਹੜੇ ਡੈਲਟਾਈ ਏਰੀਆ ਹਨ, ਜਿਸ ਤਰ੍ਹਾਂ ਸੁੰਦਰਬਨ ਡੈਲਟਾ ਭਾਰਤ ਦਾ, ਉਸ ਦੇ ਵਿੱਚ ਚੌਲ ਇਹਨਾਂ ਦਾ ਉਤਪਾਦਨ ਹੁੰਦਾ ਜਾਂ ਹੋਰ ਫਸਲਾਂ ਦਾ ਉਤਪਾਦਨ ਹੁੰਦਾ ਹੈ। ਸੋ ਅਗਰ ਤੁਸੀਂ ਮੌਨਸੂਨ ਦਾ ਲੌਂਗ ਪੀਰੀਅਡ ਐਵਰੇਜ ਅਗਰ ਲੈ ਕੇ ਦੇਖੋ ਤਾਂ 2013-14 ਤੋਂ ਲੈ ਕੇ 2019-20 ਤੱਕ ਦਾ ਜਿਹੜਾ ਪੀਰੀਅਡ ਅਗਰ ਤੁਸੀਂ ਦੇਖੋ ਤਾਂ ਉਹਦੇ ਵਿੱਚ ਜਿਹੜੇ ਸਾਲਾਂ ਦੇ ਵਿੱਚ ਮੌਨਸੂਨ ਦੀ ਬਾਰਿਸ਼ ਚੰਗੀ ਰਹੀ ਹੈ, ਉਸ ਸਾਲ ਦੇ ਵਿੱਚ ਜਿਹੜੀ ਅਨਾਜ ਦੀ ਪ੍ਰੋਡਕਸ਼ਨ ਹੈ, ਫੂਡ ਗ੍ਰੇਨ ਦੀ ਪ੍ਰੋਡਕਸ਼ਨ ਹੈ, ਉਹ ਹਾਈਐਸਟ ਰਹੀ ਹੈ, ਜਿਹਦੇ ਵਿੱਚ ਤੁਸੀਂ ਦੇਖੋ ਸਾਲ 2019-20 ਦੇ ਵਿੱਚ 291 ਮਿਲੀਅਨ ਟਨ ਜਿਹੜਾ ਅਨਾਜ ਉਹਦੀ ਪ੍ਰੋਡਕਸ਼ਨ ਹੋਈ। ਭਾਰਤ ਦੇ ਵਿੱਚ ਖੇਤੀਬਾੜੀ ਕਰਨ ਦੇ 4 ਮੌਸਮ ਹਨ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਹੈ ਰਬੀ ਕ੍ਰੌਪ ਜਿਹੜੀ ਹੈ ਉਹ ਨਵੰਬਰ ਦੇ ਮਹੀਨੇ ਦੇ ਵਿੱਚ ਬੀਜੀ ਜਾਂਦੀ ਹੈ ਔਰ ਅਪ੍ਰੈਲ ਦੇ ਵਿੱਚ ਉਹਦੀ ਜਿਹੜੀ ਹਾਰਵੈਸਟਿੰਗ ਕੀਤੀ ਜਾਂਦੀ ਹੈ ਜਾਂ ਉਹ ਕੱਟੀ ਜਾਂਦੀ ਹੈ। ਇਸ ਦੇ ਵਿੱਚ ਜਿਹੜੀਆਂ ਰਬੀ ਕ੍ਰੌਪਸ ਹਨ ਉਹਦੇ ਵਿੱਚ ਤੁਹਾਡੀ ਆ ਜਾਂਦੀ ਹੈ ਕਣਕ, ਮਟਰ, ਅਲਸੀ, ਸਰੋਂ, ਛੋਲੇ ਵਗੈਰਾ। ਦੂਸਰਾ ਜਿਹੜਾ ਐਗਰੀਕਲਚਰ ਸੀਜ਼ਨ ਹੈ ਭਾਰਤ ਦੇ ਵਿੱਚ ਉਹ ਹੈ ਖਰੀਫ ਦਾ ਮੌਸਮ ਜਾਂ ਸਾਉਣੀ ਦੀਆਂ ਫਸਲਾਂ। ਇਹ ਫਸਲਾਂ ਜਿਹੜੀਆਂ ਹਨ ਇਹ ਜੂਨ ਜੁਲਾਈ ਦੇ ਮਹੀਨਿਆਂ ਦੇ ਵਿੱਚ ਬੀਜੀਆਂ ਜਾਂਦੀਆਂ ਹਨ ਔਰ ਸਤੰਬਰ ਐਂਡ ਜਾਂ ਅਕਤੂਬਰ ਦੇ ਵਿੱਚ ਇਹਨਾਂ ਦੀ ਹਾਰਵੈਸਟਿੰਗ ਹੁੰਦੀ ਹੈ। ਇਹਨਾਂ ਫਸਲਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਜਿਹੜੀ ਫਸਲ ਹੈ ਭਾਰਤ ਦੇ ਵਿੱਚ ਉਹ ਹੈ ਚੌਲ, ਰਾਈਸ ਜਾਂ ਪੈਡੀ। ਇਸ ਤੋਂ ਇਲਾਵਾ ਤੁਹਾਡੀ ਕਪਾਹ, ਤਿਲ, ਗੰਨਾ, ਇਹ ਸਾਰੀਆਂ ਜਿਹੜੀਆਂ ਫਸਲਾਂ ਹਨ ਇਹ ਸਾਉਣੀ ਦੀਆਂ ਜਾਂ ਖਰੀਫ ਕ੍ਰੌਪਸ ਹਨ। ਇਹਨਾਂ ਦੋਨਾਂ ਮੇਨ ਕ੍ਰੌਪਿੰਗ ਸੀਜ਼ਨਸ ਤੋਂ ਇਲਾਵਾ 2 ਹੋਰ ਮਹੱਤਵਪੂਰਨ ਸੀਜ਼ਨ ਹਨ ਜਿਨ੍ਹਾਂ ਦੇ ਵਿੱਚ ਜ਼ੈਦ ਮੌਸਮ ਅਸੀਂ ਕਹਿੰਦੇ ਹਾਂ, ਰਬੀ ਜ਼ੈਦ ਐਂਡ ਖਰੀਫ ਜ਼ੈਦ। ਰਬੀ ਜ਼ੈਦ ਦੇ ਵਿੱਚ ਆਪਾਂ ਚਿੱਟੀ ਸਰੋਂ ਵਗੈਰਾ ਬੀਜਦੇ ਹਾਂ ਜਾਂ ਤਿਲਹਨ, ਤੇਲਾਂ ਦੇ ਬੀਜ ਬੀਜਦੇ ਹਾਂ। ਔਰ ਜ਼ੈਦ ਰਬੀ ਜਿਹੜੀ ਹੈ, ਜ਼ੈਦ ਖਰੀਫ ਜ਼ੈਦ ਹੈ ਜਿਹੜੀ, ਉਹਦੇ ਵਿੱਚ ਆਪਾਂ ਖੀਰਾ, ਤਰਬੂਜ਼, ਹਦਵਾਣਾ ਵਗੈਰਾ ਇਹ ਫਸਲਾਂ ਜਿਹੜੀਆਂ ਬੀਜਦੇ ਹਨ। ਜਿਹੜੀਆਂ ਮੇਨ 2 ਕ੍ਰੌਪਿੰਗ ਸੀਜ਼ਨ ਹਨ, ਵੀਟ ਔਰ ਪੈਡੀ, ਕਣਕ ਔਰ ਚੌਲ ਦੇ ਵਿਚਕਾਰ ਜਿਹੜਾ ਸਮਾਂ ਕਿਸਾਨ ਕੋ ਬਚਦਾ ਹੈ ਉਸ ਦੇ ਵਿੱਚ ਉਹ ਇਹਨਾਂ ਫਸਲਾਂ ਦੀ ਖੇਤੀ ਕਰਦਾ ਹੈ। 2 ਲਗਾਤਾਰ ਅਗਰ ਐਲ ਨੀਨੋ ਸਾਲ ਲੰਘ ਜਾਣ ਉਸ ਨੂੰ ਗੋਡਜ਼ਿਲਾ ਇਫੈਕਟ ਕਹਿੰਦੇ ਹਾਂ। ਇਹਦੇ ਵਿੱਚ ਲਗਾਤਾਰ 2 ਸਾਲ ਅਗਰ ਲਾ ਲੀਨਾ ਕੰਡੀਸ਼ਨਸ ਰਹਿੰਦੀਆਂ ਹਨ ਤੇ ਉਸ ਨੂੰ ਗੋਡਜ਼ਿਲਾ ਇੰਪੈਕਟ ਬੇਟਾ ਕਿਹਾ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਐਗਰੀਕਲਚਰ ਦੀ ਬਹੁਤ ਬੁਰੀ ਤਰ੍ਹਾਂ ਨਾਲ ਤਬਾਹੀ ਹੁੰਦੀ ਹੈ। ਗੱਲ ਕਰਦੇ ਹਾਂ ਕਿਸਾਨਾਂ ਦੀ ਜਿਹੜੀ ਐਵਰੇਜ ਇਨਕਮ ਹੈ। ਕਿਸਾਨਾਂ ਦੀ ਐਵਰੇਜ ਇਨਕਮ ਜੋ ਹੈ, ਔਸਤ ਆਮਦਨ ਜੋ ਹੈ ਭਾਰਤ ਦੇ ਕਿਸਾਨਾਂ ਦੀ ਮਹੀਨਾਵਾਰ ਮੰਥਲੀ 8,931 ਰੁਪਏ ਹੈ। ਤੁਸੀਂ ਅੰਦਾਜ਼ਾ ਲਾਓ ਕਿ ਜਿਹੜਾ ਕਿਸਾਨ ਪੂਰੇ ਮੁਲਕ ਨੂੰ ਖਾਣਾ ਖਵਾਉਂਦਾ ਹੈ ਉਸ ਦੀ ਜਿਹੜੀ ਔਸਤ ਆਮਦਨ ਉਹ ਕਿੰਨੀ ਘੱਟ ਹੈ। ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰੇਗਾ 8,931 ਰੁਪਏ ਦੇ ਵਿੱਚ। ਇਹਨਾਂ ਅਗਰ ਭਾਰਤ ਦੇ ਸਟੇਟਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਪੰਜਾਬ ਦੇ ਵਿੱਚ ਜਿਹੜੀ ਆਮਦਨ ਹੈ ਇੱਕ ਔਸਤ ਕਿਸਾਨ ਦੀ ਉਹ ਸਭ ਤੋਂ ਜ਼ਿਆਦਾ ਹੈ 16,020 ਰੁਪਏ ਔਰ ਸਭ ਤੋਂ ਘੱਟ ਜਿਹੜੀ ਹੈ ਉੱਤਰ ਪ੍ਰਦੇਸ਼ ਦਾ ਜਿਹੜਾ ਕਿਸਾਨ ਹੈ ਉਹਦੇ ਵਿੱਚ 6,257 ਰੁਪਏ 6,257 ਰੁਪੀਸ ਮੰਥਲੀ ਇਨਕਮ ਜਿਹੜੀ ਆ ਉਹ ਉੱਤਰ ਪ੍ਰਦੇਸ਼ ਦੇ ਕਿਸਾਨ ਦੀ ਹੈ। ਇਸ ਦਾ ਮਤਲਬ ਇਹ ਹੈ
कि ਭਾਰਤ ਦੇ ਵਿੱਚ ਜਿਹੜੀਆਂ ਰੀਜਨਲ ਡਿਸਪੈਰਿਟੀਜ਼ ਹਨ ਕਿਸਾਨਾਂ ਦੀ ਖੇਤੀਬਾੜੀ ਔਰ ਉਹਨਾਂ ਦੀ ਆਮਦਨ ਨੂੰ ਲੈ ਕੇ ਉਹ ਅਜੇ ਵੀ ਬਹੁਤ ਜ਼ਿਆਦਾ ਹਨ। ਦੈਨ ਗੱਲ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਕਿਹੜੀ ਫਸਲ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਉਗਾਈ ਜਾਂਦੀ ਹੈ। ਪੂਰੀ ਦੁਨੀਆ ਦੇ ਅੰਦਰ ਜਿਹੜੀ ਮੱਕੀ ਹੈ, ਕੌਰਨ, ਉਸ ਦੀ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਹੈ। 1070.5 ਮਿਲੀਅਨ ਟਨ ਮੱਕੀ ਦੀ ਜਾਂ ਕੌਰਨ ਦੀ ਖੇਤੀ ਕੀਤੀ ਜਾਂਦੀ ਹੈ। ਦੂਸਰੇ ਨੰਬਰ ਤੇ ਜਿਹੜੀ ਫਸਲ ਹੈ ਉਹ ਵੀਟ ਹੈ, ਯਾਨੀ ਕਿ ਕਣਕ, ਜਿਸ ਨੂੰ ਆਪਾਂ ਹਿੰਦੀ ਦੇ ਵਿੱਚ ਗੇਹੂੰ ਆਖਦੇ ਹਾਂ, ਉਰਦੂ ਦੇ ਵਿੱਚ ਅਸੀਂ ਗੰਦਮ ਕਹਿੰਦੇ ਹਾਂ। ਸੋ ਕਣਕ ਇੱਕ ਸਭ ਤੋਂ ਜ਼ਿਆਦਾ ਪਪੂਲਰ ਅਨਾਜ ਹੈ ਮੱਕੀ ਤੋਂ ਬਾਅਦ ਵਿੱਚ। ਔਰ ਇਹ ਦੋਨੋਂ ਫਸਲਾਂ ਟੈਂਪਰੇਟ ਰੀਜਨ ਦੀਆਂ ਫਸਲਾਂ ਹਨ, ਯਾਨੀ ਕਿ ਠੰਡੇ ਮੁਲਕਾਂ ਦੀਆਂ ਫਸਲਾਂ ਹਨ, ਜਿਨ੍ਹਾਂ ਦੇ ਵਿੱਚ ਟੈਂਪਰੇਚਰ ਐਵਰੇਜ ਟੈਂਪਰੇਚਰ ਜਿਹੜਾ ਉਹ ਘੱਟ ਰਹਿੰਦਾ ਹੈ, ਬਹੁਤ ਜ਼ਿਆਦਾ ਗਰਮੀ ਨਹੀਂ ਪੈਂਦੀ। ਸੋ ਇਹ ਦੋਨੇ ਫਸਲਾਂ ਲੋਕਾਂ ਦੀ ਮੁੱਖ ਖੁਰਾਕ ਹਨ, ਜਿਨ੍ਹਾਂ ਤੋਂ ਬਗੈਰ ਜਿਹੜੀ ਜਨਸੰਖਿਆ ਹੈ, ਆਬਾਦੀ ਹੈ, ਉਹ ਸਰਵਾਈਵ ਨਹੀਂ ਕਰ ਸਕਦੀ। ਉਹਨਾਂ ਦੀ ਪੂਰੀ ਤਰ੍ਹਾਂ ਜ਼ਿੰਦਗੀ ਔਰ ਜਿਹੜੀ ਐਗਰੀਕਲਚਰ ਤੇ ਡਿਪੈਂਡੈਂਟ ਉਦਯੋਗ ਹਨ ਉਹ ਸਾਰੇ ਇਹਨਾਂ ਫਸਲਾਂ ਦੇ ਉੱਪਰ ਡਿਪੈਂਡ ਕਰਦੇ ਹਨ। ਤੀਸਰੇ ਨੰਬਰ ਤੇ ਜਿਹੜੀ ਸਭ ਤੋਂ ਮਹੱਤਵਪੂਰਨ ਫਸਲ ਹੈ ਦੁਨੀਆ ਦੇ ਅੰਦਰ ਉਹ ਹੈ ਚੌਲ, ਜਿਸ ਨੂੰ ਆਪਾਂ ਹਿੰਦੀ 'ਚ ਧਾਨ ਕਹਿੰਦੇ ਹਾਂ। ਪੰਜਾਬੀ ਦੇ ਵਿੱਚ ਆਪਾਂ ਚੌਲ ਜਾਂ ਝੋਨਾ ਕਹਿੰਦੇ ਹਾਂ। ਝੋਨਾ ਜਿਹੜੀ ਖੜੀ ਫਸਲ ਹੈ, ਜਦੋਂ ਤਿਆਰ ਫਸਲ ਅਸੀਂ ਸ਼ੈਲਰ ਦੇ ਵਿੱਚੋਂ ਚੌਲ ਜਿਹੜੇ ਕਢਾ ਕੇ ਲੈ ਆਉਂਦੇ, ਦੈਨ ਇਟ ਇਜ਼ ਅ ਰਾਈਸ ਔਰ ਚੌਲ, ਅਦਰਵਾਈਜ਼ ਇਟ ਇਜ਼ ਅ ਪੈਡੀ ਜਾਂ ਝੋਨਾ। ਮਾਲਵੇ ਦੇ ਖੇਤਰਾਂ ਦੇ ਵਿੱਚ ਇਸ ਨੂੰ ਜੀਰੀ ਵੀ ਕਹਿੰਦੇ ਆ। ਸੋ ਤੀਸਰੀ ਸਭ ਤੋਂ ਮਹੱਤਵਪੂਰਨ ਫਸਲ ਮੱਕੀ, ਕਣਕ ਤੋਂ ਬਾਅਦ ਵਿੱਚ ਜਿਹੜਾ ਨੰਬਰ ਆਉਂਦਾ ਹੈ ਉਹ ਆਉਂਦਾ ਹੈ ਰਾਈਸ ਦਾ। ਪੂਰੀ ਦੁਨੀਆ ਦੇ ਵਿੱਚ 484 ਮਿਲੀਅਨ ਟਨ ਪ੍ਰੋਡਕਸ਼ਨ ਜਿਹੜੀ ਹੈ ਉਹ ਰਾਈਸ ਦੀ ਪਿਛਲੇ ਸਾਲ ਜਿਹੜੀ ਉਹ ਦਰਜ ਕੀਤੀ ਗਈ। ਔਰ ਇਸ ਪੂਰੀ ਪ੍ਰੋਡਕਸ਼ਨ ਦਾ 98% ਜੋ ਹਿੱਸਾ ਹੈ, 98% ਜੋ ਹਿੱਸਾ ਹੈ ਉਹ ਮੌਨਸੂਨ ਏਸ਼ੀਆ ਦੇ ਵਿੱਚ ਖੇਤੀ ਕੀਤੀ ਜਾਂਦੀ ਹੈ। ਮੌਨਸੂਨ ਏਸ਼ੀਆ ਦੇ ਵਿੱਚ ਜਿਹੜੇ ਮੇਨ ਮੁਲਕ ਆਉਂਦੇ ਹਨ ਉਹ ਤੁਹਾਡਾ ਚਾਈਨਾ ਦਾ ਹਿੱਸਾ ਜਿਹੜਾ ਹੈ, ਪੂਰਬੀ ਚਾਈਨਾ ਦਾ ਹਿੱਸਾ, ਦੈਨ ਭਾਰਤ ਉਹਦੇ ਵਿੱਚ ਸਭ ਤੋਂ ਡੋਮੀਨੈਂਟ ਰੀਜਨ ਹੈ। ਇਸ ਤੋਂ ਇਲਾਵਾ ਥਾਈਲੈਂਡ, ਵੀਅਤਨਾਮ, ਜਿਹੜੇ ਸਾਊਥ ਈਸਟਰਨ ਨੇਸ਼ਨ ਹਨ, ਇੰਡੋਨੇਸ਼ੀਆ, ਮਲੇਸ਼ੀਆ ਵਗੈਰਾ, ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਹੈ ਉਹ ਚੌਲਾਂ ਦੀ ਖੇਤੀ ਕੀਤੀ ਜਾਂਦੀ ਹੈ। ਦੁਨੀਆ ਦੇ ਵਿੱਚ ਇਹਨਾਂ ਫਸਲਾਂ ਦੀ ਖੇਤੀ ਲਈ ਜ਼ਰਖੇਜ਼ ਮਿੱਟੀਆਂ ਦੀ, ਉਪਜਾਊ ਮਿੱਟੀਆਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਸੋ ਜਿੰਨੀਆਂ ਵੀ ਫਸਲਾਂ ਆਪਾਂ ਸਾਰਿਆਂ ਨੇ ਡਿਸਕਸ ਕੀਤੀਆਂ ਹਨ, ਪਹਿਲਾਂ ਅਸੀਂ ਕੌਰਨ ਡਿਸਕਸ ਕੀਤੀ, ਦੈਨ ਅਸੀਂ ਵੀਟ ਡਿਸਕਸ ਕੀਤੀ, ਕਿੰਨੀ ਪ੍ਰੋਡਕਸ਼ਨ ਹੈ, ਦੈਨ ਅਸੀਂ ਡਿਸਕਸ ਕੀਤਾ ਕਿ ਰਾਈਸ ਜਾਂ ਚੌਲ, ਇਹਨਾਂ ਫਸਲਾਂ ਨੂੰ ਉਪਜਾਊ ਮਿੱਟੀਆਂ ਦੀ ਜ਼ਰੂਰਤ ਹੈ। ਇਸ ਲਈ ਜਿਹੜੀ ਐਲੂਵੀਅਲ ਸੋਇਲ ਹੈ ਜਾਂ ਜਿਹੜੀ ਜਲੋੜ ਮਿੱਟੀਆਂ ਅਸੀਂ ਪੰਜਾਬੀ 'ਚ ਆਖਦੇ ਹਾਂ, ਇਹ ਸਾਰੀਆਂ ਮਿੱਟੀਆਂ ਇਹਨਾਂ ਅਨਾਜ ਨੂੰ ਫੂਡ ਦੀ ਪ੍ਰੋਡਕਸ਼ਨ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹਨ। ਔਰ ਇਹਨਾਂ ਮਿੱਟੀਆਂ ਦੇ ਵਿੱਚ ਹੀ ਇਹਨਾਂ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ। ਜਿਹੜੀਆਂ ਵੋਲਕੈਨਿਕ ਸੋਇਲ ਹਨ, ਯਾਨੀ ਕਿ ਉਹ ਮਿੱਟੀਆਂ ਜਿਹੜੀਆਂ ਜਵਾਲਾਮੁਖੀ ਦੁਆਰਾ ਵਿਛਾਈਆਂ ਗਈਆਂ ਹਨ, ਜਿਸ ਤਰ੍ਹਾਂ ਭਾਰਤ ਦਾ ਦੱਖਣ ਦਾ ਪਠਾਰ ਹੈ, ਦੱਖਣੀ ਗੁਜਰਾਤ, ਮਹਾਰਾਸ਼ਟਰ, ਦੱਖਣੀ ਰਾਜਸਥਾਨ ਦਾ ਥੋੜ੍ਹਾ ਜਿਹਾ ਹਿੱਸਾ, ਮੱਧ ਪ੍ਰਦੇਸ਼ ਦਾ ਜਿਹੜਾ ਈਸਟਰਨ ਪਾਰਟ ਹੈ, ਜਿਹੜਾ ਕਿ ਮਹਾਰਾਸ਼ਟਰ ਦੇ ਨਾਲ ਲੱਗਦਾ ਹੈ, ਇਹਨਾਂ ਇਲਾਕਿਆਂ ਦੇ ਵਿੱਚ ਕਪਾਹ ਦੀ ਖੇਤੀ ਜਿਹੜੀ ਹੈ, ਕਾਟਨ ਕਲਟੀਵੇਸ਼ਨ ਉਹ ਜ਼ਿਆਦਾ ਕੀਤੀ ਜਾਂਦੀ ਹੈ। ਇਹਨਾਂ ਤੋਂ ਇਲਾਵਾ ਦੱਖਣ ਦੇ ਪਠਾਰ ਦੇ ਇਲਾਕੇ ਦੇ ਵਿੱਚ ਜਾਂ ਈਵਨ ਦੱਖਣ ਭਾਰਤ ਦੇ ਵਿੱਚ ਕਰਨਾਟਕ, ਆਂਧਰਾ ਪ੍ਰਦੇਸ਼ ਦੇ ਰਾਜਾਂ ਵਿੱਚ ਜਿਹੜੀ ਦੂਸਰੀ ਮੇਨ ਫਸਲ ਹੈ ਉਹ ਹੈ ਤੁਹਾਡੀ ਗੰਨਾ ਜਾਂ ਸ਼ੂਗਰ ਕੇਨ। ਅੱਗੇ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਡਿਸਕਸ ਕੀਤਾ ਸੀਗਾ ਕਿ ਜਿਹੜੇ ਟੈਂਪਰੇਟ ਵਰਲਡ ਹਨ, ਜਿਹੜੇ ਸ਼ੀਤੋਸ਼ਣ ਕੰਟਰੀਜ਼ ਹਨ, ਉਹਨਾਂ ਦੇ ਵਿੱਚ ਅਨਾਜ, ਦਾਲਾਂ, ਫਲ, ਸਬਜ਼ੀਆਂ, ਇਹਨਾਂ ਦੇ ਉਤਪਾਦਨ ਦੇ ਨਾਲ ਨਾਲ ਜਿਹੜਾ ਦੂਸਰਾ ਹੋਰ ਮੇਨ ਧੰਦਾ ਹੈ ਉਹ ਹੈ ਪਸ਼ੂ ਪਾਲਣਾ। ਔਰ ਤੁਹਾਨੂੰ ਪਤਾ ਹੈ ਕਿ ਐਗਰੀਕਲਚਰ ਦੇ ਵਿੱਚ ਅਸੀਂ ਸਿਰਫ ਫਸਲਾਂ ਦੇ ਉਤਪਾਦਨ ਨੂੰ ਨਹੀਂ ਕਾਊਂਟ ਕਰਦੇ, ਅਸੀਂ ਉਹਦੇ ਨਾਲ ਪਸ਼ੂ ਪਾਲਣ,
शहद की मक्खी पालना, रेशम के कीड़े पालना, मछली पालना, हर तरह ना जिहड़े अलाइड सैक्टर हैं वो खेतीबाड़ी दे विच असीं शामिल करते हैं। सो किसानां लई खेती दे नाल नाल जिहड़ा दूसरा महत्वपूर्ण धंधा है वो है डेयरी फार्मिंग। सो जिन्नियां भी ट्रॉपिकल कंट्रीज़ हैं, हराश क्लाइमेट हैं, इत्थे भी हालांकि पशु पाले जाते हैं, पर टैंपरेट वर्ल्ड दे विच जिहड़ी प्रोडक्शन है मिल्क दी, दुध दी, जां फिर लाइफ स्टॉक्स की जिहड़े मिल्च कैटल्स जिन्होंने आप कहने हैं, जिहड़े दुध देने वाले पशु हैं वो ज़्यादा है। भारत दे विच जिहड़ियां भारत दीयां नस्लां हैं गावां दीयां, जिस तरह लाल सिंधी है, साहीवाल गां है, थार पारकर है या अंगोला है, ये सारियां जिहड़ियां गावां हैं, जिहड़ियां मिल्च कैटल्स हैं, जिहड़ियां कि दुध देने वाली गावां, ये इत्थों की जलवायु वास्ते बेहतर मन्नियां जांदियां हैं और इन्हां दा दुध भी जिहड़ा है वो लोगों की सेहत वास्ते ज़्यादा बेहतर है बजाए जिहड़ियां जर्सी और हॉस्टन फ्रेजियन जिहड़ियां गावां हैं, जिहड़ियां कि विदेशी नस्लों दीयां गावां असीं भारत दे विच खासकर पंजाब दे विच किसानां ने जिहड़ियां वो पालनियां शुरू कीतियां। खैर अगे गल करदे हां कि दुनिया दे विच जिहड़े ज़्यादा वड्डे मुल्क हैं जोग्राफिकल एरिए के लिहाज नाल, भूगोलिक खेत्रफल के लिहाज नाल जिहड़े सब तो वड्डे मुल्क हैं वो अनाज की प्रोडक्शन के भी वड्डे उत्पादक हैं। खेतीबाड़ी का जिहड़ा होर अगला जिहड़ा सैक्टर है वो है हॉर्टिकल्चर। हॉर्टिकल्चर दे विच फल और सब्जियां का उत्पादन आता है। दुनिया दे विच हॉर्टिकल्चर प्रोडक्शन जिहड़ी है, फल और सब्जियां का उत्पादन वो बड़ी तेजी नाल वधदा पिया है। इनफैक्ट हॉर्टिकल्चर सब्जियां और फलों का जिहड़ा उत्पादन है उसने फूड ग्रेन्स प्रोडक्शन नूं भी क्रॉस कर दिता है। साल 2014 दे विच भारत दे विच 284.95 मिलियन टन जिहड़ा है वो प्रोडक्शन जिहड़ी हॉर्टिकल्चर क्रॉप से की गई सी। इस तरह जिहड़े मिल्च प्रोडक्ट हैं, दुध तो बने उत्पादक जिहड़ियां चीज़ां हैं, उन्हां दा जिहड़ा उत्पादन है 187.7 तो लैके 394 मिलियन टन इस साल 2019 के विच जिहड़ा है वो प्रोडक्शन हुई है मिल्च प्रोडक्ट्स की। लाइफ स्टॉक जिहड़ियां पॉपूलेशन हैं जां मिल्च जिहड़े एनीमल्स हैं, दुध देने वाले जिहड़े पशु हैं, उन्हां दे विच जिहड़ी जेंडर डिस्क्रिमिनेशन बड़ी तेज़ी नाल सामने आती है कि जिहड़े फीमेल एनीमल्स हैं जिहड़े हैं उन्हां दा जिहड़ा तादाद है या नंबर है वो ज़्यादा तेज़ी नाल वधदे एज़ कंपेयर टू मेल्स। सो जिहड़ी मेल लाइफ स्टॉक पॉपूलेशन है जिहड़ी वो बड़ी तेज़ी नाल घट रही है। दुध दे विच पूरी दुनिया दे अंदर सब तो वड्डा जिहड़ा दुध दा उत्पादक मुल्क है वो साडा मुल्क है या भारत है। पूरी दुनिया के अंदर 2018-19 के 187.7 मिलियन टन दुध का उत्पादन जिहड़ा साल 2019 में किया गया सीगा और 2021-22 के उम्मीद है कि यह जिहड़ा वध के 254.5 मिलियन टन हो जाएगा। सो पूरी दुनिया का जिहड़ा दुध है वह 22% जिहड़ा है वो सिर्फ भारत के विच उत्पादन किया जाता है। अमेरिका या USA के 12% जिहड़ा ग्लोबल शेयर है। भारत की सरकार ने ऑपरेशन फ्लड तो बाद जिहड़ा कि वर्गीस कुरियन ने शुरू किया सी या वाइट रेवोल्यूशन, उस तो बाद विच कई प्रोग्राम इस तरह के शुरू किए जिहदे विच दुध के उत्पादन नूं बूस्ट करने लई बढ़ावा देने लई कोशिशां कीतियां गईयां, जिन्हां दे विच एक 2022 वास्ते विजन डॉक्यूमेंट दिता गया भारत सरकार वालों, जिहदे विच राष्ट्रीय गोकुल मिशन, नेशनल प्रोग्राम फॉर डेयरी डेवलपमेंट, नेशनल डेयरी प्लान फेज़ 1, डेयरी प्रोसैसिंग एंड इंफ्रास्ट्रक्चर डेवलपमेंट प्रोग्राम, डेयरी एंटरप्रेन्योरशिप डेवलपमेंट स्कीम, स्टेट कारपोरेशन डेयरी फैडरेशन। सो ये सारिया चीज़ां जिहड़ियां हन वो शुरू की गई ताकि दुध का उत्पादन जिहड़ा है वो होर वधाया जा सके। हुण गल करते हैं फिशरीज़ की या मछलियां की। पूरी दुनिया के विच जिहड़ा है जो मछलियां खादियां जांदियां हन उहदा 51% यानी कि अद्धे तो ज़्यादा जिहड़ा हिस्सा है वो समुंदरी जिहड़ी मछली है सी फिश तो जिहड़ा वो लिया जाता है। यानी कि सी फूड जिहड़ा है वो जिन्ने भी द्वीप्स दे विच आइलैंड्स दे विच पॉपूलेशन जिहड़ी रहिंदी है, जिस तरह जापान है जां होर जिहड़े समुंदर दे विच पॉलीनेजिया, माइक्रोनेजिया,
ਇਹ ਜਿਹੜੇ ਮੁਲਕ ਹਨ ਜਾਂ ਜਿਹੜੇ ਵੀ ਤੱਟੀ ਖੇਤਰਾਂ ਦੇ ਵਿੱਚ ਕੋਸਟਲ ਏਰੀਆਜ਼ ਦੇ ਵਿੱਚ ਰਹਿਣ ਵਾਲੇ ਲੋਕ ਹਨ, ਉਹਨਾਂ ਲੋਕਾਂ ਦਾ ਜਿਹੜਾ ਮੁੱਖ ਅਨਾਜ ਹੈ, ਜੋ ਸਟੈਪਲ ਫੂਡ ਹੈ, ਉਹ ਫਿਸ਼ ਹੈ। ਔਰ ਉਹ ਕਿਹੜੀ ਮਛਲੀ ਹੈ? ਉਹ ਸਮੁੰਦਰ ਦੀ ਮਛਲੀ ਹੈ, ਜਿਹੜੀ ਸੀ ਦੇ ਵਿੱਚੋਂ ਫੜੀ ਜਾਂਦੀ ਹੈ। ਸੋ ਪੂਰੀ ਦੁਨੀਆ ਦੇ ਵਿੱਚ 41% ਜਿਹੜੀ ਮਛਲੀ ਹੈ ਉਹ ਸਿਰਫ ਚੀਨ ਜਿਹੜੀ ਹੈ ਉਹ ਫੜਦਾ ਹੈ। ਸੋ ਚਾਈਨਾ is the largest producer of fishes in the world. ਇੰਡੋਨੇਸ਼ੀਆ ਦੇ ਵਿੱਚ 11.6% ਤੇ ਭਾਰਤ ਦੇ ਵਿੱਚ 5.45% ਜਿਹੜੀ ਹੈ ਗਲੋਬਲ ਸ਼ੇਅਰ, ਯਾਨੀ ਕਿ ਦੁਨੀਆ ਦੀ 5.45% ਜਿਹੜੀ ਹੈ ਉਹ ਮਛਲੀ ਪਕੜੀ ਜਾਂਦੀ ਹੈ। ਇਸ ਤੋਂ ਇਲਾਵਾ ਵੀਅਤਨਾਮ ਦੇ ਵਿੱਚ 3.22% ਜਿਹੜੀ ਹੈ ਉਹ ਫਿਸ਼ ਫੜੀ ਜਾਂਦੀ ਹੈ। ਸੋ ਇਹ ਸਾਰਾ ਤੇ ਹੋ ਗਿਆ ਮਛਲੀਆਂ ਦਾ ਜਾਂ ਖੇਤੀਬਾੜੀ ਦੇ ਸਾਰੇ ਆਪਾਂ ਜਿਹੜੇ ਸੈਕਟਰ ਆ ਉਹ ਡਿਸਕਸ ਕਰ ਲਏ। ਹੁਣ ਗੱਲ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਜਿਹੜਾ ਸਰੂਪ ਖੇਤੀਬਾੜੀ ਦਾ ਉਹ ਕਿਸ ਤਰ੍ਹਾਂ ਬਦਲਦਾ ਹੈ। ਆਪਾਂ ਇਹ ਸਾਰਾ ਡਿਸਕਸ ਕਰ ਲਿਆ ਕਿ ਕਿਸ ਤਰ੍ਹਾਂ ਪ੍ਰੋਡਕਸ਼ਨ ਇਨਕਰੀਜ਼ ਹੋ ਰਹੀ ਹੈ, ਵੱਧ ਰਹੀ ਹੈ ਪੂਰੀ ਦੁਨੀਆ ਦੇ ਅੰਦਰ, ਅਲੱਗ-ਅਲੱਗ ਖੇਤੀਬਾੜੀ ਔਰ ਉਹਦੇ ਨਾਲ ਸੰਬੰਧਿਤ ਜਿਹੜੇ ਸੈਕਟਰਸ ਹਨ ਉਹਨਾਂ ਦੇ ਵਿੱਚ। ਜਲਵਾਯੂ ਪਰਿਵਰਤਨ ਜਾਂ ਗਲੋਬਲ ਵਾਰਮਿੰਗ ਦੇ ਨਾਲ, ਆਲਮੀ ਤਪਸ਼ ਦੀ ਵਜ੍ਹਾ ਦੇ ਨਾਲ, ਕਿਉਂਕਿ ਟੈਂਪਰੇਚਰ ਦੁਨੀਆ ਦਾ ਰਾਈਜ਼ ਹੋ ਰਿਹਾ ਹੈ, ਇਸ ਵਜ੍ਹਾ ਨਾਲ ਜਿਹੜੇ ਖੇਤੀਬਾੜੀ ਕਰਨ ਦੇ ਜਿਹੜੇ ਤਰੀਕੇ ਹਨ ਜਾਂ ਏਰੀਆਜ਼ ਹਨ ਉਹ ਵੀ ਬਦਲ ਗਏ ਹਨ। ਜਿਹੜੀਆਂ ਫਸਲਾਂ ਅੱਜ ਤੋਂ 50 ਸਾਲ ਪਹਿਲਾਂ ਸਿਰਫ ਟ੍ਰੋਪੀਕਲ ਏਰੀਆਜ਼ 'ਚ ਹੁੰਦੀਆਂ ਸੀਗੀਆਂ ਜਾਂ ਊਸ਼ਨ ਕਟੀਬੰਧੀ ਖੇਤਰਾਂ ਦੇ ਵਿੱਚ ਹੁੰਦੀਆਂ ਸਨ, ਜਿਹੜੇ ਕਰਕ ਰੇਖਾ ਔਰ ਮੱਕਰ ਰੇਖਾ ਦੇ ਵਿਚਕਾਰ ਜਿਹੜੇ ਏਰੀਆਜ਼ ਪੈਂਦੇ ਹਨ, 23.5 ਡਿਗਰੀ ਨਾਰਥ ਐਂਡ 23.5 ਡਿਗਰੀ ਸਾਊਥ ਆਫ ਇਕੁਏਟਰ। ਸੋ ਆਲ ਥੀਜ਼ ਰੀਜਨਸ ਕਮ ਅੰਡਰ ਦਾ ਟ੍ਰੋਪੀਕਲ ਰੀਜਨਸ। ਇਹਨਾਂ ਵਿੱਚ ਹੋਣ ਵਾਲੀਆਂ ਸਾਰੀਆਂ ਫਸਲਾਂ ਹੁਣ ਟੈਂਪਰੇਟ ਰੀਜਨਸ ਜਾਂ ਸ਼ੀਤ ਊਸ਼ਨ ਖੇਤਰਾਂ ਦੇ ਵਿੱਚ ਵੀ ਹੋਣ ਲੱਗ ਪਈਆਂ ਹਨ, ਕਿਉਂਕਿ ਗਲੋਬਲ ਵਾਰਮਿੰਗ ਦਾ ਜਿਹੜਾ ਅਸਰ ਹੈ ਉਹ ਸਿਰਫ ਟ੍ਰੋਪੀਕਲ ਰੀਜਨ 'ਚ ਨਹੀਂ, ਉਹ ਪੂਰੀ ਦੁਨੀਆ ਦੇ ਅੰਦਰ ਦੇਖਣ ਨੂੰ ਮਿਲ ਰਿਹਾ ਹੈ। ਸੋ ਜਿੰਨੇ ਵੀ ਹਾਇਰ ਲੈਟੀਚਿਊਡ ਜਾਂ ਹਾਇਰ ਆਲਟੀਚਿਊਡ ਜਿਹੜੇ ਏਰੀਆਜ਼ ਹਨ, ਯਾਨੀ ਕਿ ਸਮੁੰਦਰ ਤਲ ਤੋਂ ਉਚਾਈ ਵਾਲੇ ਖੇਤਰਾਂ ਦੇ ਵਿੱਚ ਜਿਹੜੇ ਫਸਲਾਂ ਜਿਹੜੀਆਂ ਸਰਦ ਰੁੱਤ ਵਿੱਚ ਹੋਣ ਵਾਲੀਆਂ ਸਿਰਫ ਹੁੰਦੀਆਂ ਸਨ, ਉਹ ਉਹਨਾਂ ਤੋਂ ਇਲਾਵਾ ਵੀ ਜਿਹੜੀਆਂ ਗਰਮ ਇਲਾਕਿਆਂ ਵਿੱਚ ਹੋਣ ਵਾਲੀਆਂ ਫਸਲਾਂ, ਉਹਨਾਂ ਦਾ ਉਤਪਾਦਨ ਹੋਣਾ ਸ਼ੁਰੂ ਹੋ ਗਿਆ ਹੈ। ਔਰ ਜਿਹੜੀਆਂ ਫਸਲਾਂ ਸ਼ੀਤ ਊਸ਼ਨ ਖੇਤਰਾਂ ਵਿੱਚ ਹੁੰਦੀਆਂ ਸਨ, ਪਰ ਜਿਹੜੇ ਪੋਲਰ ਰੀਜਨ ਸਨ, ਸਬ ਪੋਲਰ ਰੀਜਨ ਜਿਹੜੇ ਸਨ, ਉਹਨਾਂ ਵਿੱਚ ਨਹੀਂ ਸੀ ਹੁੰਦੀਆਂ, ਉਹ ਵੀ ਹੁਣ ਸਬ ਪੋਲਰ ਰੀਜਨਸ ਦੇ ਵਿੱਚ ਹੋਣ ਲੱਗ ਪਈਆਂ। ਠੀਕ ਹੈ। ਦੈਨ ਕ੍ਰੌਪ ਪ੍ਰੋਡਕਟੀਵਿਟੀ ਜਿਹੜੀ ਆ ਉਹ ਨਵੇਂ ਰਿਕਾਰਡ ਜਿਹੜੇ ਸਥਾਪਿਤ ਕਰ ਰਹੀ ਹੈ। ਸਿਸਟਮੈਟਿਕ ਰਾਈਸ ਇੰਟੈਂਸੀਫਿਕੇਸ਼ਨ ਦੀ ਵਜ੍ਹਾ ਨਾਲ ਜਿਹੜੀ ਰਾਈਸ ਦੀ ਜਿਹੜੀ ਕਲਟੀਵੇਸ਼ਨ ਹੈ ਉਹ ਬੜੀ ਤੇਜ਼ੀ ਨਾਲ ਉਹਦਾ ਉਤਪਾਦਨ ਜਿਹੜਾ ਵੱਧ ਰਿਹਾ ਹੈ। ਜਿਹੜੇ ਸਬ ਟ੍ਰੋਪੀਕਲ ਵਰਲਡ ਹੈ, ਜਿਹੜਾ ਸ਼ੀਤ ਊਸ਼ਨ ਖੇਤਰਾਂ ਵਾਲੇ ਜਿਹੜੇ ਮੁਲਕ ਹਨ, ਜਿਹੜੇ 66.5 ਡਿਗਰੀ ਨਾਰਥ ਔਰ ਸਾਊਥ ਆਫ ਇਕੁਏਟਰ ਦੇ ਮੁਲਕ ਹਨ, ਉਹਨਾਂ ਦੇ ਵਿੱਚ ਜਿਹੜੀ ਪ੍ਰੋਡਕਟੀਵਿਟੀ ਹੈ ਉਹ ਘਟ ਰਹੀ ਹੈ ਜਿਹੜੀ ਪ੍ਰੋਡਕਸ਼ਨ ਦੀ। ਸੋ ਗਲੋਬਲ ਪ੍ਰੋਡਕਸ਼ਨ ਜਿਹੜੀ ਦੋ ਤਰੀਕੇ ਨਾਲ ਵੱਧ ਰਹੀ ਹੈ। ਹਾਇਰ ਪ੍ਰੋਡਕਸ਼ਨ ਪਰ ਹੈਕਟੇਅਰ ਬਾਈ ਐਪਲੀਕੇਸ਼ਨ ਆਫ ਲੇਟੈਸਟ ਟੈਕਨੋਲੋਜੀਜ਼, ਕਿ ਨਵੀਆਂ ਜਿਹੜੀਆਂ ਤਕਨੀਕਾਂ ਹਨ ਉਹਨਾਂ ਦੀ ਵਜ੍ਹਾ ਨਾਲ ਜਿਹੜੀ ਹੈ ਉਹ ਝਾੜ ਜੋ ਹੈ ਉਹ ਵੱਧ ਰਿਹਾ ਹੈ। ਔਰ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਲੈਂਡ ਹੈ, ਜ਼ਿਆਦਾ ਤੋਂ ਜ਼ਿਆਦਾ ਜ਼ਮੀਨ ਜਿਹੜੀ ਹੈ ਉਹ ਖੇਤੀਬਾੜੀ ਦੇ ਅੰਡਰ ਲੈ ਕੇ ਆਈ ਜਾ ਰਹੀ ਹੈ। ਜੰਗਲ ਜਿਹੜੇ ਹਨ ਸਾਫ਼ ਕੀਤੇ ਜਾ ਰਹੇ ਹਨ, ਭਾਰਤ ਦੇ ਵਿੱਚ ਵੀ ਔਰ ਦੁਨੀਆ ਦੇ ਹੋਰ ਮਮਾਲਿਕ ਦੇ ਅੰਦਰ ਵੀ, ਜਿਨ੍ਹਾਂ ਦੇ ਵਿੱਚ ਬ੍ਰਾਜ਼ੀਲ ਔਰ ਇੰਡੋਨੇਸ਼ੀਆ ਸ਼ਾਮਿਲ ਹੈ। ਕਿਉਂ ਜ਼ਰੂਰਤ ਪੈ ਰਹੀ ਹੈ ਜ਼ਿਆਦਾ ਤੋਂ ਜ਼ਿਆਦਾ ਏਰੀਆ ਜਿਹੜਾ ਉਹ ਖੇਤੀਬਾੜੀ ਦੇ ਅੰਡਰ ਲੈ ਕੇ ਆਉਣ ਦੀ, ਤਾਂ ਕਿ ਜਿਹੜੀ ਪ੍ਰੋਡਕਸ਼ਨ ਹੈ ਉਹ ਦੁਨੀਆ ਦੀ ਵੱਧ ਰਹੀ ਪਾਪੂਲੇਸ਼ਨ ਨੂੰ ਫੀਡ ਕਰ ਸਕੇ। ਭਾਰਤ ਦੇ ਵਿੱਚ ਜਿਹੜੀ ਮੁੱਖ ਲੋਕਾਂ ਦੀ ਫਸਲ ਹੈ, ਜਿਹੜੀ ਸਟੈਪਲ ਫੂਡ ਜੋ ਹੈ, ਪ੍ਰਮੁੱਖ ਖਾਦਨ ਜਿਹੜਾ ਹੈ ਉਹ ਚੌਲ ਹੈ। ਸੋ ਭਾਰਤ ਜਿਹੜਾ ਹੈ ਉਹ ਲਾਰਜੈਸਟ ਪ੍ਰੋਡਿਊਸਰ ਵੀ ਹੈ ਚੌਲਾਂ ਦਾ, ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ ਔਰ ਸਭ ਤੋਂ ਵੱਡਾ ਕੰਜ਼ਿਊਮਰ ਵੀ ਹੈ, ਯਾਨੀ ਉਪਭੋਗ ਵੀ ਕਰਦਾ ਹੈ। ਯਾਨੀ ਕਿ ਭਾਰਤ ਦੇ ਵਿੱਚ ਲੋਕਾਂ ਦੀ ਜਿਹੜੀ ਮੇਨ ਫਸਲ ਹੈ ਖਾਣ ਵਾਲੀ ਉਹ ਰਾਈਸ ਹੈ ਜਾਂ ਚੌਲ ਹੈ। ਜਦ ਕਿ ਜਿਹੜੀ ਉੱਤਰ ਪੱਛਮੀ ਭਾਰਤ ਦੇ ਜਿਹੜੇ ਲੋਕ ਹਨ ਉਹ ਜ਼ਿਆਦਾਤਰ ਜਿਹੜੇ ਕਣਕ ਦੇ ਉੱਪਰ ਡਿਪੈਂਡੈਂਟ ਹਨ। ਔਰ ਸੈਂਟਰਲ ਇੰਡੀਆ ਜਿਹੜਾ ਹੈ, ਮੱਧ ਭਾਰਤ ਦਾ ਜਿਹੜਾ ਹਿੱਸਾ ਹੈ, ਮੱਧ ਪ੍ਰਦੇਸ਼, ਮਹਾਰਾਸ਼ਟਰ ਜਿਹੜਾ ਇਲਾਕਾ, ਉਹ ਜਿਹੜਾ ਮੋਟਾ ਅਨਾਜ ਹੈ, ਜਵਾਰ, ਬਾਜਰਾ, ਰਾਗੀ, ਇਹਦੇ ਵਿੱਚ ਜਿਹੜਾ ਹੈ ਉਹ ਜ਼ਿਆਦਾ ਜਿਹੜਾ ਉਹ ਡਿਪੈਂਡੈਂਟ ਹੈ, ਜਾਂ ਮੱਧ ਭਾਰਤ ਦੇ ਲੋਕ ਜ਼ਿਆਦਾਤਰ ਇਹ ਮੋਟੇ ਅਨਾਜ ਖਾਂਦੇ ਹਨ।
ਜਿਹੜੇ ਤੱਟੀ ਏਰੀਆਜ਼ 'ਚ ਰਹਿਣ ਵਾਲੇ ਲੋਕ ਹਨ, ਕੋਸਟਲ ਏਰੀਆਜ਼ ਦੇ ਜਿਹੜੇ ਲੋਕ ਹਨ, ਉਹ ਜ਼ਿਆਦਾਤਰ ਰਾਈਸ ਔਰ ਫਿਸ਼ ਯਾਨੀ ਕਿ ਚੌਲ ਔਰ ਮੱਛਲੀ ਉਹ ਜ਼ਿਆਦਾ ਖਾਂਦੇ ਹਨ। ਟ੍ਰੋਪੀਕਲ ਏਰੀਆਜ਼ ਦੇ ਵਿੱਚ ਕੁਛ ਇਹੋ ਜਿਹੇ ਮੁਲਕ ਜਿਨ੍ਹਾਂ ਦੇ ਵਿੱਚ ਪੋਲੀਟੀਕਲ ਅਨਸਟੇਬਿਲਿਟੀ ਹੈ, ਜਿਸ ਤਰ੍ਹਾਂ ਅਫਗਾਨਿਸਤਾਨ ਹੈ, ਸੀਰੀਆ ਹੈ, ਇਹਨਾਂ ਮੁਲਕਾਂ ਦੇ ਅੰਦਰ ਅਫੀਮ, ਭੰਗ, ਇਹਨਾਂ ਦੀ ਖੇਤੀ ਜਿਹੜੀ ਉਹ ਵਧੇਗੀ, ਕਿਉਂਕਿ ਇਸ ਖੇਤੀ ਤੋਂ ਉੱਥੋਂ ਦੇ ਕਿਸਾਨਾਂ ਨੂੰ ਜ਼ਿਆਦਾ ਫਾਇਦਾ ਹੈ, ਜ਼ਿਆਦਾ ਆਮਦਨ ਹੁੰਦੀ ਹੈ, ਕਿਉਂਕਿ ਪੋਲੀਟੀਕਲੀ ਅਨਸਟੇਬਲ ਹਨ। ਇਸ ਕਰਕੇ ਉਹਨਾਂ ਨੂੰ ਨਸ਼ੇ ਨੂੰ ਬੜਾਵਾ ਦੇਣ ਵਾਲੀਆਂ ਜਿਹੜੀਆਂ ਫਸਲਾਂ ਹਨ ਉਹਨਾਂ ਦੇ ਉਤਪਾਦਨ ਤੋਂ ਕੋਈ ਰੋਕਦਾ ਨਹੀਂ ਹੈ। ਸੋ ਜਿਹੜੀ ਗੋਲਡਨ ਪ੍ਰੀਜੈਂਟ ਔਰ ਗੋਲਡਨ ਟ੍ਰਾਇੰਗਲ ਹੈ, ਇਹ ਯਾਨੀ ਕਿ ਅਫਗਾਨਿਸਤਾਨ ਵਾਲਾ ਜਿਹੜਾ ਰੀਜਨ ਹੈ, ਔਰ ਦੂਸਰਾ ਜਿਹੜਾ ਹੈ ਉਹ ਥਾਈਲੈਂਡ ਵਾਲਾ ਜਿਹੜਾ ਰੀਜਨ ਹੈ, ਭਾਰਤ ਦਾ ਜਿਹੜਾ ਨਾਰਥ ਈਸਟਰਨ ਸਟੇਟਸ ਦੇ ਸਰਹੱਦ ਦੇ ਨਾਲ ਲੱਗਦੇ ਜਿਹੜੇ ਮੁਲਕ ਹਨ, ਉਹਨਾਂ ਦੇ ਵਿੱਚ ਜਿਹੜੀ ਨਸ਼ੇ ਵਾਲੀਆਂ ਜਿਹੜੀਆਂ ਫਸਲਾਂ ਹਨ ਉਹਨਾਂ ਦਾ ਉਤਪਾਦਨ ਵੱਧ ਰਿਹਾ ਹੈ। ਦੁਨੀਆ ਦੇ ਵਿੱਚ ਇਰੀਗੇਸ਼ਨ ਜਿਹੜੀ ਫੈਸਿਲਿਟੀ ਹੈ ਜਾਂ ਸਿੰਚਾਈ ਹੈ, ਹਾਲਾਂਕਿ ਉਹ ਵੱਧ ਰਹੀ ਹੈ ਦੁਨੀਆ ਦੇ ਅੰਦਰ, ਉਹਦੀ ਜਿਹੜੀ ਇਰੀਗੇਸ਼ਨ ਟੈਕਨੋਲੋਜੀਜ਼ ਹਨ, ਇਰੀਗੇਸ਼ਨ ਟੈਕਨੀਕਸ ਹਨ, ਉਹ ਵੱਧ ਰਹੀਆਂ ਹਨ। ਬਟ ਨਾਲ ਦੇ ਨਾਲ ਜਿਹੜੀ ਉਹਦੀ ਫਾਰਮ ਇਨਪੁੱਟ ਕਾਸਟ ਜੋ ਹੈ, ਯਾਨੀ ਕਿ ਕਿਸਾਨ ਦੀ ਜੋ ਲਾਗਤ ਹੈ ਖੇਤੀ ਦੇ ਉੱਪਰ, ਉਹ ਵੀ ਵੱਧ ਰਹੀ ਹੈ। ਆਮਦਨ ਥੱਲੇ ਆ ਰਹੀ ਹੈ ਔਰ ਇਨਪੁੱਟ ਕਾਸਟ ਵੱਧ ਰਹੀ ਹੈ, ਜਿਹਦੀ ਵਜ੍ਹਾ ਨਾਲ ਕਿਸਾਨ ਜਿਹੜੇ ਹਨ ਉਹ ਖੇਤੀਬਾੜੀ ਛੱਡਣ ਲਈ ਜਿਹੜੇ ਉਹ ਮਜਬੂਰ ਹੋ ਰਹੇ ਹਨ। ਸੋ ਐਗਰੀਕਲਚਰ ਪ੍ਰੋਫੈਸ਼ਨ ਇਜ਼ ਟਰਨਿੰਗ ਓਬਨੋਕਸ਼ੀਅਸ। ਮਤਲਬ ਕਹਿਣ ਦਾ ਮਤਲਬ ਕਿ ਕਿਸਾਨ ਜਿਹੜੇ ਹਨ ਉਹ ਹੁਣ ਇਹ ਸੋਚ ਰਹੇ ਹਨ ਕਿ ਖੇਤੀ ਤੋਂ ਕਿਸ ਤਰ੍ਹਾਂ ਬਾਹਰ ਆਇਆ ਜਾਵੇ। ਜਿਹੜੇ ਕਿਸਾਨਾਂ ਦੇ ਬੱਚੇ ਹਨ ਉਹ ਖੇਤੀਬਾੜੀ ਕਰਕੇ ਖੁਸ਼ ਨਹੀਂ ਹਨ। ਬਹੁਤ ਜ਼ਿਆਦਾ ਕਿਸਾਨ ਹਰ ਸਾਲ ਖੇਤੀਬਾੜੀ ਤੋਂ ਬਾਹਰ ਹੋ ਰਹੇ ਹਨ ਔਰ ਅਰਬਨ ਕਲਚਰ ਜਾਂ ਸ਼ਹਿਰਾਂ ਦੇ ਵਿੱਚ ਜਾਣਾ ਪਸੰਦ ਕਰ ਰਹੇ ਹਨ। ਅਗਰ ਦੁਨੀਆ ਨੂੰ ਬਚਾਉਣਾ ਹੈ, ਖੇਤੀਬਾੜੀ ਸਭ ਤੋਂ ਮੇਨ ਸ਼ੋਭਾ ਹੋਏਗਾ ਜਾਂ ਸੈਕਟਰ ਹੋਏਗਾ ਜਿਹਦੇ ਵਿੱਚ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਅਗਰ ਕਿਸਾਨ ਖੇਤੀ ਨਹੀਂ ਕਰੇਗਾ ਤਾਂ ਲੋਕਾਂ ਨੂੰ 84 ਕਰੋੜ ਲੋਕ ਜੋ ਹਨ, 84 ਕਰੋੜ, ਉਹਨਾਂ ਵਿੱਚੋਂ ਰੂਰਲ ਏਰੀਆ 'ਚੋਂ 40 ਕਰੋੜ ਜਿਹੜੇ ਕਿਸਾਨ ਹਨ, ਅਗਰ ਉਹ ਖੇਤੀ ਕਰਨਗੇ ਤਾਂ ਲੋਕਾਂ ਨੂੰ ਖਾਣਾ ਮਿਲੇਗਾ, ਫੂਡ ਸਿਕਿਉਰਿਟੀ ਮਿਲੇਗੀ। ਨਹੀਂ ਤਾਂ ਜਿਹੜਾ ਫੂਡ ਸਿਕਿਉਰਿਟੀ ਐਕਟ ਵੀ ਹੈ ਉਹ ਵੀ ਕਿਤੇ ਨਾ ਕਿਤੇ ਕੰਮ ਨਹੀਂ ਕਰੇਗਾ। ਦੈਨ ਜਿਹੜੀ ਆਖਿਰ ਤੇ ਜਿਹੜੀ ਮੇਨ ਇੱਕ ਗੱਲ ਜਿਹੜੀ ਉਹ ਕਰਨੀ ਬੜੀ ਜ਼ਰੂਰੀ ਹੈ ਕਿ ਜਿਹੜੀਆਂ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਹਨ ਜਾਂ ਜੀਨ ਪਰਿਵਰਤਿਤ ਫਸਲਾਂ, ਉਹ ਸੰਨ 2002 ਤੋਂ ਲੈ ਕੇ ਖੇਤੀਬਾੜੀ ਦੇ ਵਿੱਚ ਭਾਰਤ ਦੇ ਵਿੱਚ ਜਿਹੜੀਆਂ ਉਹ ਐਂਟਰ ਕਰ ਚੁੱਕੀਆਂ ਹਨ, ਜਿਨ੍ਹਾਂ ਦੇ ਵਿੱਚ ਸਭ ਤੋਂ ਪ੍ਰਮੁੱਖ ਫਸਲ ਹੈ BT ਕਾਟਨ। ਇਹ ਜੀਨ ਪਰਿਵਰਤਿਤ ਫਸਲਾਂ ਜਿਹੜੀਆਂ ਹਨ, ਇਹਨਾਂ ਦੇ ਬਾਰੇ ਵਿੱਚ ਜਿਹੜੇ ਐਨਵਾਇਰਮੈਂਟਲਿਸਟ ਹਨ ਜਾਂ ਐਨਵਾਇਰਮੈਂਟਲ ਸਾਇੰਟਿਸਟ ਹਨ, ਜਿਨ੍ਹਾਂ ਵਿੱਚ MS ਸਵਾਮੀਨਾਥਨ ਜੀ ਵੀ ਸ਼ਾਮਿਲ ਹਨ, ਇਹਨਾਂ ਸਾਰਿਆਂ ਨੇ ਕੁਝ ਗੰਭੀਰ ਸ਼ੱਕ ਸ਼ੁਬੇ ਪੈਦਾ ਕੀਤੇ ਹਨ ਕਿ ਇਹ ਫਸਲਾਂ ਵਾਤਾਵਰਨ ਔਰ ਲੋਕਾਂ ਦੀ ਸਿਹਤ ਵਾਸਤੇ ਜਿਹੜੀਆਂ ਉਹ ਬਹੁਤ ਖਤਰਨਾਕ ਹਨ। ਕਿਉਂਕਿ ਜਿਸ ਤਰ੍ਹਾਂ BT ਕਾਟਨ ਦੀ ਆਪਾਂ ਗੱਲ ਕਰਦੇ ਹਾਂ ਤਾਂ BT ਇੱਕ ਬੈਕੀਲਸ ਥਿਓਰੀਜੈਨੇਸਿਸ, ਇੱਕ ਮਿੱਟੀ ਦੇ ਵਿੱਚ ਪਾਇਆ ਜਾਣ ਵਾਲਾ ਜ਼ਹਿਰੀਲਾ ਬੈਕਟੀਰੀਆ ਹੈ, ਜੋ ਕਿ ਕਾਟਨ ਦੇ ਪਲਾਂਟ ਦੇ ਵਿੱਚ ਇਨਸਰਟ ਕੀਤਾ ਗਿਆ ਹੈ ਜੈਨੇਟਿਕਲੀ ਮੋਡੀਫਿਕੇਸ਼ਨ ਤਕਨੀਕ ਦੇ ਜ਼ਰੀਏ, ਜਿਸ ਦੀ ਵਜ੍ਹਾ ਨਾਲ ਇਹ ਕਿਹਾ ਜਾਂਦਾ ਹੈ ਕਿ ਉਹਦੇ ਵਿੱਚ ਕੀੜਾ ਜਿਹੜਾ ਜਾਂ ਅਮਰੀਕਨ ਬੁਲਵਾਰਮ ਉਹ ਉਸ ਨੂੰ ਖਰਾਬ ਨਹੀਂ ਕਰੇਗੀ। ਪਰ ਪੂਰੀ ਦੁਨੀਆ ਦੇ ਅੰਦਰ ਔਰ ਭਾਰਤ 'ਚ ਖਾਸ ਕਰਕੇ ਅਗਰ ਤੁਸੀਂ ਦੇਖੋ ਤਾਂ BT ਕਾਟਨ ਬੋਲਗਾਰਡ 1 ਔਰ ਬੋਲਗਾਰਡ 2 ਦਾ ਕੋਈ ਫਾਇਦਾ ਨਹੀਂ ਹੋਇਆ। ਸੋ ਇਸ ਤੋਂ ਬਾਅਦ ਵਿੱਚ BT ਸਰਸੋਂ, BT ਬੈਂਗਨ, ਇਹਨਾਂ ਫਸਲਾਂ ਦੀ ਵੀ ਜਿਹੜੀ ਗੱਲ ਉਹ ਲਗਾਤਾਰ ਹੁੰਦੀ ਰਹੀ ਹੈ। ਸੋ ਇਹ ਫਸਲਾਂ ਜਦ ਤੱਕ ਪੂਰੀ ਦੁਨੀਆ ਦੇ ਵਿੱਚ ਇਸ ਦੇ ਉੱਪਰ ਐਕਸਪੈਰੀਮੈਂਟੇਸ਼ਨ ਨਹੀਂ ਹੁੰਦੀ ਕਿ ਇਨਸਾਨ ਦੀ ਸਿਹਤ ਵਾਸਤੇ ਜਿਹੜੀ ਆ ਉਹ ਮਾੜੀਆਂ ਨਹੀਂ ਹਨ, ਇਹਨਾਂ ਦਾ ਉਤਪਾਦਨ ਜਿਹੜਾ ਉਹ ਨਹੀਂ ਕੀਤਾ ਜਾਣਾ ਚਾਹੀਦਾ। ਅਲਾਈਡ ਸੈਕਟਰ ਦੇ ਵਿੱਚ ਜਿਹੜਾ ਖੇਤੀਬਾੜੀ ਔਰ ਉਸ ਨਾਲ ਸੰਬੰਧਿਤ ਸੈਕਟਰ ਹਨ, ਇਹਦੇ ਵਿੱਚ ਕ੍ਰੌਪ ਕਲਚਰ ਜਿਹੜਾ ਹੈ ਉਹ ਘਟ ਰਿਹਾ ਹੈ, ਲੋਕ ਖੇਤੀਬਾੜੀ ਨਹੀਂ ਕਰ ਰਹੇ। ਰੇਨਫਾਲ ਵੇਰੀਬਿਲਿਟੀ ਬਹੁਤ ਜ਼ਿਆਦਾ ਹੈ, ਕਿਤੇ ਬਾਰਿਸ਼ ਜ਼ਿਆਦਾ ਪੈ ਗਈ, ਕਿਤੇ ਘੱਟ ਪੈ ਗਈ, ਜਿਸ ਦੀ ਵਜ੍ਹਾ ਨਾਲ ਜਿਹੜੇ ਕਿਸਾਨ ਹਨ ਉਹ ਕਰਜ਼ੇ ਹੇਠਾਂ ਦੱਬੇ ਜਾ ਰਹੇ ਹਨ। ਭਾਰਤ ਦੇ ਜਿਹੜੇ 84% ਤੋਂ ਲੈ ਕੇ ਜਿਹੜੇ 90% ਕਿਸਾਨ ਜਿਹੜੇ ਹਨ ਉਹ ਅੰਡਰ ਡੈਟ ਹਨ ਜਾਂ ਉਹ ਕਰਜ਼ੇ ਹੇਠਾਂ ਹਨ। ਸੋ ਅਗਰ ਇਸ ਤਰ੍ਹਾਂ ਹੀ ਰੇਨਫਾਲ ਇਰੈਟਿਕ ਹੁੰਦੀ ਰਹੀ, ਬਾਰਿਸ਼ ਕਦੀ ਘੱਟ ਕਦੀ ਜ਼ਿਆਦਾ, ਤਾਂ ਕਿਸਾਨ ਜਿਹੜੇ ਹਨ ਉਹ ਜਿਹੜਾ ਡੈਟ ਹੈ ਜਾਂ ਕਰਜ਼ਾ ਹੈ ਉਸ ਦੇ ਸਾਈਕਲ ਦੇ ਵਿੱਚੋਂ ਬਾਹਰ ਕਦੀ ਵੀ ਨਹੀਂ ਆ ਸਕਣਗੇ, ਔਰ ਜਿਸ ਦੀ ਵਜ੍ਹਾ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਵੀ ਵਧਣਗੀਆਂ। ਸੋ ਜਿੰਨੀ ਜ਼ਿਆਦਾ ਰੂਰਲ ਇੰਡੈਟਨੈਸ ਵਧੇਗੀ ਜਾਂ ਕਿਸਾਨਾਂ ਦਾ ਕਰਜ਼ਾ ਵਧੇਗਾ,
ਉਨਾ ਹੀ ਜ਼ਿਆਦਾ ਜਿਹੜਾ ਹੈ ਉਹ ਕਿਸਾਨ ਖੇਤੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨਗੇ। ਸੋ ਅੱਜ ਜ਼ਰੂਰਤ ਹੈ ਕਿ ਖੇਤੀਬਾੜੀ ਦਾ ਜਿਹੜਾ ਤੰਗ ਤਰੀਕੇ ਹਨ ਉਹਨਾਂ ਦੇ ਵਿੱਚ ਹੋਰ ਸੁਧਾਰ ਲਿਆਉਣ ਦੀ ਔਰ ਕਿਸਾਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰਨ ਲਈ, ਤਾਂ ਕਿ ਜਿਹੜੇ ਦੁਨੀਆ ਦੀ ਆਬਾਦੀ ਹੈ ਤੇਜ਼ੀ ਨਾਲ ਜੋ ਵੱਧ ਰਹੀ ਹੈ ਉਸ ਨੂੰ ਖਾਣਾ ਖਵਾਇਆ ਜਾ ਸਕੇ। ਥੈਂਕ ਯੂ ਵੈਰੀ ਮੱਚ।